ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 8 ਜੁਲਾਈ 2020 ਸ਼੍ਰੇਣੀ 10ਵੀਂ ਵਿਸ਼ਾ ਇਤਿਹਾਸ ਪਾਠ ਨੰਬਰ 3 ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆ ਬਾਰੇ ਕੁਐਸਚਨ ਆਨਸਰ ਕਰਾਂਗੇ। ਪਹਿਲਾ ਕੁਐਸਚਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਕ੍ਰਿਤ ਕਿਸ ਕੋਲ ਪੜ੍ਹਨ ਲਈ ਭੇਜਿਆ ਸੀ? ਜਿਵੇਂ ਕਿ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ 7 ਸਾਲ ਦੀ ਉਮਰ ਵਿੱਚ ਸਭ ਤੋਂ ਪਹਿਲਾਂ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿੱਚ ਦੇਵਨਾਗਰੀ ਅਤੇ ਮੈਥ ਸਿੱਖਣ ਲਈ ਭੇਜਿਆ ਸੀ। ਗੁਰੂ ਨਾਨਕ ਦੇਵ ਜੀ ਨੂੰ 7 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿੱਚ ਦੇਵਨਾਗਰੀ ਅਤੇ ਗਣਿਤ ਅਤੇ ਮੈਥ ਸਿੱਖਣ ਲਈ ਭੇਜਿਆ ਸੀ। ਉਸ ਤੋਂ ਬਾਅਦ ਗੁਰੂ ਜੀ ਨੂੰ ਜੋ ਸੰਸਕ੍ਰਿਤ ਸੀ, ਸਾਡਾ ਕੁਐਸਚਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਕ੍ਰਿਤ ਪੜ੍ਹਨ ਲਈ ਕਿਸ ਕੋਲ ਭੇਜਿਆ ਗਿਆ? ਤਾਂ ਜਿਹੜੀ ਸੰਸਕ੍ਰਿਤ ਦੀ ਭਾਸ਼ਾ ਸੀ ਉਹ ਗੁਰੂ ਜੀ ਨੂੰ ਪੜ੍ਹਨ ਦੇ ਲਈ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਸੀ। ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸਿਆ ਹੈ ਕਿ 7 ਸਾਲ ਦੀ ਉਮਰ ਵਿੱਚ ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਗੁਰੂ ਜੀ ਨੂੰ ਪੜ੍ਹਨ ਦੇ ਲਈ ਕਦੋਂ ਭੇਜਿਆ ਗਿਆ, ਤਾਂ 7 ਸਾਲ ਦੀ ਉਮਰ ਵਿੱਚ 7 years old। ਕਿਸ ਦੀ ਪਾਠਸ਼ਾਲਾ ਵਿੱਚ? ਉਹ ਪਾਠਸ਼ਾਲਾ ਸੀ ਪੰਡਿਤ ਗੋਪਾਲ ਦੀ। ਉੱਥੇ ਤਾਂ ਗੁਰੂ ਜੀ ਸਿਰਫ ਦੇਵਨਾਗਰੀ ਅਤੇ ਗਣਿਤ ਅਤੇ ਮੈਥ ਸਿੱਖਣ ਲਈ ਗਏ ਸਨ। ਜੋ ਸੰਸਕ੍ਰਿਤ ਭਾਸ਼ਾ ਹੈ, ਉਹ ਤਾਂ ਉਹਨਾਂ ਨੇ ਪੰਡਿਤ ਬ੍ਰਿਜ ਲਾਲ ਕੋਲ ਸਿੱਖੀ ਸੀ। ਇਸੇ ਤਰ੍ਹਾਂ ਫਾਰਸੀ ਪੜ੍ਹਨ ਦੇ ਲਈ ਮੌਲਵੀ ਕੁਤਬਉਦੀਨ ਕੋਲ ਭੇਜਿਆ ਗਿਆ ਸੀ। ਜੇਕਰ ਅਸੀਂ ਦੇਖਿਆ ਜਾਵੇ ਤਾਂ ਗੁਰੂ ਜੀ ਇੰਨੇ ਵੱਡੇ ਵਿਦਵਾਨ ਸਨ ਕਿ ਉਹਨਾਂ ਨੂੰ ਫਾਰਸੀ, ਦੇਵਨਾਗਰੀ, ਗਣਿਤ, ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਆਉਂਦੀਆਂ ਸਨ। ਤਾਂ ਮੈਂ ਦੁਬਾਰਾ ਦੱਸਦਾ ਕਿ ਜੋ ਦੇਵਨਾਗਰੀ ਅਤੇ ਗਣਿਤ ਉਹ ਸਿੱਖਿਆ ਸੀ ਉਹਨਾਂ ਨੇ ਪੰਡਿਤ ਗੋਪਾਲ ਦੇ ਕੋਲ, ਅਤੇ ਜੋ ਸਾਡਾ ਕੁਐਸਚਨ ਹੈ ਸੰਸਕ੍ਰਿਤ ਬਾਰੇ ਉਹ ਉਹਨਾਂ ਨੇ ਸਿੱਖੀ ਸੀ ਪੰਡਿਤ ਬ੍ਰਿਜ ਲਾਲ ਦੇ ਕੋਲ ਉਹਨਾਂ ਨੇ ਸੰਸਕ੍ਰਿਤ ਸਿੱਖੀ ਸੀ। ਅਤੇ ਜੋ ਫਾਰਸੀ ਭਾਸ਼ਾ ਸੀ ਉਹ ਸਿੱਖੀ ਸੀ ਉਹਨਾਂ ਨੇ ਮੌਲਵੀ ਕੁਤਬਉਦੀਨ ਕੋਲ। ਇਹ ਤੁਹਾਨੂੰ ਮੈਂ 2 ਗੱਲਾਂ ਵੱਧ ਦੱਸਤੀਆਂ, ਪਰ ਤੁਸੀਂ ਨੇ ਸਿਰਫ ਇਸ ਦਾ ਉੱਤਰ ਦੇਣਾ ਹੈ ਪੰਡਿਤ ਬ੍ਰਿਜ ਲਾਲ ਕੋਲ। ਗੁਰੂ ਜੀ ਪਿਤਾ ਨੇ ਆਪ ਨੂੰ ਦੁਨੀਆਦਾਰੀ ਵਿੱਚ ਲਗਾਉਣ ਲਈ ਕਿਹੜੇ ਯਤਨ ਕੀਤੇ? ਕਿਉਂਕਿ ਗੁਰੂ ਜੀ ਬਚਪਨ ਤੋਂ ਹੀ ਭਗਤੀ ਵਿੱਚ ਅਤੇ ਸਾਧੂ ਸੰਤਾਂ ਦੀ ਸੰਗਤ ਕਰਿਆ ਕਰਦੇ ਸਨ, ਜਿਸ ਤੋਂ ਅੱਕ ਕੇ ਗੁਰੂ ਜੀ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਦੁਨਿਆਵੀ ਕੰਮਾਂ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਮੱਝਾਂ ਚਰਾਉਣ ਦੇ ਲਈ ਖੇਤਾਂ ਵਿੱਚ ਭੇਜਿਆ, ਪਰ ਇਹ ਭਗਤੀ ਵਿੱਚ ਲੀਨ ਹੋ ਜਾਂਦੇ ਅਤੇ ਮੱਝਾਂ ਲੋਕਾਂ ਦੇ ਖੇਤਾਂ ਵਿੱਚ ਚਲੀਆਂ ਜਾਂਦੀਆਂ, ਜਿਸ ਕਰਕੇ ਇਹਨਾਂ ਦੇ ਪਿਤਾ ਜੀ ਨੂੰ ਲੋਕਾਂ ਦੇ ਬੜੇ ਉਲਾਂਭੇ ਆਉਂਦੇ। ਫਿਰ ਗੁਰੂ ਜੀ ਦੇ ਪਿਤਾ ਨੇ ਇਹਨਾਂ ਨੂੰ ਖੇਤੀ ਦਾ ਕੰਮ, ਜੋ ਉਹਨਾਂ ਦੇ ਘਰੇਲੂ ਘਰ ਦੀ ਖੇਤੀ ਸੀ, ਉਸ ਦਾ ਕੰਮ ਦਿੱਤਾ। ਉਸ ਤੋਂ ਬਾਅਦ ਗੁਰੂ ਜੀ ਨੂੰ ਵਪਾਰ ਵਿੱਚ ਪਾਉਣਾ ਚਾਹਿਆ। ਗੁਰੂ ਜੀ ਨੂੰ 20 ਰੁਪਏ ਦਿੱਤੇ ਕਿ ਕੋਈ ਵਪਾਰ ਕਰਕੇ ਆਉਣ, ਪਰ ਗੁਰੂ ਜੀ ਨੇ ਉਹ ਭੋਜਨ ਤਾਂ ਭੁੱਖੇ ਸਾਧੂਆਂ ਨੂੰ ਹੀ ਛਕਾ ਦਿੱਤਾ ਸੀ ਉਹਨਾਂ 20 ਰੁਪਈਆਂ ਦਾ। ਤਾਂ ਕਰਕੇ ਜੋ ਕੁਐਸਚਨ ਹੈ, ਗੁਰੂ ਸਾਹਿਬ ਦੇ ਪਿਤਾ ਨੇ ਦੁਨੀਆਦਾਰੀ ਵਿੱਚ ਲਗਾਉਣ ਲਈ ਕਿਹੜੇ ਯਤਨ ਕੀਤੇ? ਮੱਝਾਂ ਚਰਾਉਣ ਲਈ, ਖੇਤੀ ਦਾ ਕੰਮ ਅਤੇ ਵਪਾਰ ਵਿੱਚ ਪਾਉਣ ਦਾ ਕੰਮ ਉਹਨਾਂ ਨੂੰ ਕਰਾਉਣੇ ਚਾਹੇ, ਪਰ ਕੋਈ ਵੀ ਕੰਮ ਵਿੱਚ ਉਹਨਾਂ ਦਾ ਮਨ ਨਾ ਲੱਗਿਆ। ਗੁਰੂ ਸਾਹਿਬ ਦੀ ਮੰਗਣੀ ਕਿਸ ਉਮਰ ਵਿੱਚ ਹੋਈ? ਗੁਰੂ ਸਾਹਿਬ ਦੀ ਮੰਗਣੀ 14 ਸਾਲ ਦੀ ਉਮਰ ਵਿੱਚ ਬੀਬੀ ਸੁਲੱਖਣੀ ਨਾਲ ਹੋਈ ਸੀ। ਗੁਰੂ ਸਾਹਿਬ ਦੀ ਮੰਗਣੀ 14 ਸਾਲ ਵਿੱਚ ਹੋਈ ਸੀ। ਗੁਰੂ ਸਾਹਿਬ ਦੇ ਵੱਡੇ ਪੁੱਤਰ ਦਾ ਨਾਂ ਦੱਸੋ। ਗੁਰੂ ਸਾਹਿਬ ਦੇ 2 ਪੁੱਤਰ ਸਨ, ਸ਼੍ਰੀ ਚੰਦ ਅਤੇ ਲਖਮੀ ਦਾਸ। ਸ਼੍ਰੀ ਚੰਦ ਵੱਡੇ ਪੁੱਤਰ ਸਨ। ਬੇਬੇ ਨਾਨਕੀ ਜੀ ਦੇ ਪਤੀ ਦਾ ਨਾਮ ਦੱਸੋ। ਬੇਬੇ ਨਾਨਕੀ ਦੇ ਪਤੀ ਦਾ ਨਾਮ ਜੈ ਰਾਮ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ
1499 ਈਸਵੀ ਵਿੱਚ ਹੋਈ, ਜੋ ਕਿ ਬੇਈ ਨਦੀ ਦੇ ਕੰਢੇ ਸੁਲਤਾਨਪੁਰ ਲੋਧੀ, ਜੋ ਕਿ ਜਲੰਧਰ ਦੇ ਕੋਲ ਹੈ, ਉੱਥੇ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ 1499 ਈਸਵੀ ਵਿੱਚ ਹੋਈ। ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਕੀ ਕਿਹਾ? ਉਹਨਾਂ ਨੇ ਕਿਹਾ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ? 1499 ਈਸਵੀ ਵਿੱਚ, 1499 ਵਿੱਚ। ਪਹਿਲੀ ਉਦਾਸੀ ਸਮੇਂ ਗੁਰੂ ਸਾਹਿਬ ਦਾ ਸਾਥੀ ਕੌਣ ਸੀ? ਭਾਈ ਮਰਦਾਨਾ। ਭਾਈ ਮਰਦਾਨਾ ਗੁਰੂ ਸਾਹਿਬ ਜੀ ਦੇ ਨਾਲ ਸੀ। ਐਮਨਾਬਾਦ ਵਿਖੇ ਗੁਰੂ ਸਾਹਿਬ ਕਿਸ ਦੇ ਘਰ ਗਏ? ਐਮਨਾਬਾਦ ਵਿਖੇ ਗੁਰੂ ਸਾਹਿਬ ਭਾਈ ਲਾਲੋ ਦੇ ਘਰ ਗਏ ਸਨ। ਐਮਨਾਬਾਦ ਦੀ ਜੋ ਘਟਨਾ ਹੈ, ਉੱਥੇ ਕਿਹਾ ਜਾਂਦਾ ਹੈ ਕਿ ਭਾਈ ਲਾਲੋ, ਜੋ ਕੋਈ ਇੱਕ ਗਰੀਬ ਮਜ਼ਦੂਰ ਸੀ, ਅਤੇ ਦੂਜੇ ਪਾਸੇ ਮਲਿਕ ਭਾਗੋ, ਜੋ ਬਹੁਤ ਵੱਡਾ ਅਮੀਰ ਸੀ, ਦੋਨਾਂ ਨੇ ਗੁਰੂ ਜੀ ਨੂੰ ਆਪਣੇ ਘਰ ਆਉਣ ਦਾ ਬੁਲਾਵਾ ਦਿੱਤਾ ਸੀ। ਤਾਂ ਗੁਰੂ ਜੀ ਨੇ ਮਲਿਕ ਭਾਗੋ ਦੇ ਪਕਵਾਨ ਛੱਡ ਕੇ ਇੱਕ ਗਰੀਬ ਦੇ ਘਰ, ਭਾਈ ਲਾਲੋ ਦੇ ਘਰ ਉਹ ਗਏ ਸਨ। ਮਲਿਕ ਭਾਗੋ ਕੌਣ ਸੀ? ਮਲਿਕ ਭਾਗੋ ਇੱਕ ਰਿਸ਼ਵਤਖੋਰ ਅਤੇ ਬੇਈਮਾਨ ਵਿਅਕਤੀ ਸੀ। ਤਲੂੰਬਾ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ? ਤਲੂੰਬਾ ਤੋਂ ਬਾਅਦ ਗੁਰੂ ਸਾਹਿਬ ਕੁਰੂਕਸ਼ੇਤਰ ਗਏ ਸਨ। ਸੱਚਾ ਸੌਦਾ ਤੋਂ ਕੀ ਭਾਵ ਹੈ? ਗੁਰੂ ਜੀ ਦੇ ਪਿਤਾ ਦੁਆਰਾ ਦਿੱਤੇ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ। ਖਾਲੀ ਥਾਵਾਂ ਭਰੋ। ਨਨਕਾਣਾ ਸਾਹਿਬ। ਉਂਝ ਜਿਹੜਾ ਸੱਚਾ ਸੌਦਾ ਹੈ, ਇਸ ਦਾ ਅਰਥ ਅਸੀਂ ਇਹ ਵੀ ਲੈਂਦੇ ਹਾਂ ਕਿ ਪਰਮਾਤਮਾ ਦੇ ਨਾਮ ਦਾ ਸੌਦਾ, ਜੋ ਗੁਰੂ ਜੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਕਰਕੇ ਆਏ ਸਨ। ਨਨਕਾਣਾ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੈ। ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੈ। ਗੁਰੂ ਸਾਹਿਬ 7 ਸਾਲ ਦੀ ਉਮਰ ਵਿੱਚ ਪਾਠਸ਼ਾਲਾ ਗਏ। ਗੁਰੂ ਸਾਹਿਬ ਨੂੰ ਫਾਰਸੀ ਪੜ੍ਹਨ ਲਈ ਮੌਲਵੀ ਕੁਤਬੁਦੀਨ ਕੋਲ ਭੇਜਿਆ ਗਿਆ। ਗੁਰੂ ਸਾਹਿਬ 1486-87 ਈਸਵੀ ਨੂੰ ਗੁਰੂ ਸਾਹਿਬ 1486-87 ਈਸਵੀ ਨੂੰ ਸੁਲਤਾਨਪੁਰ ਲੋਧੀ ਆਪਣੀ ਭੈਣ ਕੋਲ ਗਏ। ਬੀਬੀ ਸੁਲੱਖਣੀ ਦੇ ਪਿਤਾ ਦਾ ਨਾਮ ਮੂਲ ਰਾਜ ਸੀ। ਮੂਲ ਚੰਦ ਵੀ ਕਹਿ ਦਿੰਦੇ ਨੇ, ਮੂਲ ਰਾਜ ਸੀ। ਬੀਬੀ ਸੁਲੱਖਣੀ ਦੇ ਪਿਤਾ ਦਾ ਨਾਮ ਮੂਲ ਰਾਜ ਸੀ। ਹੇਠ ਲਿਖਿਆਂ ਵਿੱਚੋਂ ਸਹੀ ਜਾਂ ਗਲਤ? ਗੁਰੂ ਨਾਨਕ ਦੇਵ ਜੀ ਦਾ ਜਨਮ 1969 ਨੂੰ ਨਹੀਂ, 1469 ਨੂੰ ਹੋਇਆ ਸੀ। ਇਹ ਗਲਤ ਹੈ। ਮਹਿਤਾ ਕਾਲੂ ਜੀ ਬਹੁਤ ਵੱਡੇ ਕਿਸਾਨ ਸਨ। ਇਹ ਵੀ ਗਲਤ ਹੈ। ਉਹ ਤਾਂ ਪਟਵਾਰੀ ਸਨ। ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਬਿਲਕੁਲ ਸਹੀ ਹੈ। ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਧਾਗੇ ਦਾ ਜਨੇਊ ਨਹੀਂ, ਕੋਈ ਸਦਗੁਣਾਂ ਨਾਲ ਭਰਪੂਰ ਜਨੇਊ ਪਾਉਣਾ ਚਾਹੁੰਦਾ ਹਾਂ। ਗੁਰੂ ਸਾਹਿਬ ਨੇ 20 ਰੁਪਏ ਸਾਧੂਆਂ ਉੱਪਰ ਖਰਚ ਕੀਤੇ। ਇਹ ਵੀ ਗਲਤ ਹੈ। ਇਹ ਸਹੀ ਹੈ। ਗੁਰੂ ਸਾਹਿਬ ਨੇ 20 ਰੁਪਏ ਸਾਧੂਆਂ ਉੱਪਰ ਖਰਚ ਕੀਤੇ। ਇਹ ਬਿਲਕੁਲ ਸਹੀ ਹੈ, ਜਿਸ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਮੋਦੀਖਾਨੇ ਵਿੱਚ ਭੰਡਾਰੀ ਦੀ ਨੌਕਰੀ ਕੀਤੀ। ਇਹ ਵੀ ਬਿਲਕੁਲ ਸਹੀ ਹੈ। ਇਸ ਤਰ੍ਹਾਂ ਅਸੀਂ ਅੱਜ ਸ਼੍ਰੇਣੀ 10ਵੀਂ ਪਾਠ ਨੰਬਰ 3 ਦੇ ਕੁਐਸਚਨ ਆਨਸਰ ਕੀਤੇ ਹਨ, ਜੋ ਕਿ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਣ ਅਤੇ ਆਪਣੀ ਕਾਪੀਆਂ ਉੱਤੇ, ਆਪਣੇ ਨੋਟਬੁੱਕਸ ਉੱਤੇ ਨੋਟ ਵੀ ਕਰ ਸਕਣ। ਗੁਰੂ ਸਾਹਿਬ ਪਾਠ ਨੰਬਰ 3 ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਅਸੀਂ ਜੋ ਅੱਜ ਕੁਐਸਚਨ ਆਨਸਰ ਕੀਤੇ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਆਪਣੀ ਕਾਪੀ ਉੱਤੇ ਸਾਰੇ ਚੰਗੀ ਤਰ੍ਹਾਂ ਸਾਫ਼ ਨੋਟ ਕਰ ਲਿਓ, ਤਾਂ ਜੋ ਤੁਹਾਡਾ ਕੰਮ ਵਧੀਆ ਹੋ ਸਕੇ। ਇੱਥੇ ਥੋੜ੍ਹਾ ਗਲਤ ਲਿਖਿਆ ਗਿਆ। ਇੱਥੇ 1486-87 ਕਰ ਲਿਓ, ਬੇਬੇ ਨਾਨਕੀ ਨਹੀਂ।